ਦ ਵੇ ਫਾਰਵਰਡ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਇਸ ਵੇਲੇ ਸਾਰੀ ਦੁਨੀਆ ਵਿੱਚ ਬਹੁਤ ਸਾਰੀਆਂ ਚੇਂਜਸ ਦੇਖਣ ਨੂੰ ਮਿਲ ਰਹੀਆਂ ਨੇ। ਇਹ ਚੇਂਜਸ ਜੋ ਕਿ ਪੋਲੀਟੀਕਲ ਲੈਵਲ ਤੇ, ਸੋਸ਼ਲ ਲੈਵਲ ਤੇ, ਇਕਨੋਮਿਕ ਲੈਵਲ ਤੇ, ਐਜ਼ ਅ ਸੋਸਾਇਟੀ ਦ ਹੋਲ ਸੋਸਾਇਟੀ ਇਜ਼ ਚੇਂਜਿੰਗ। ਔਰ ਸਾਡੇ ਵਾਸਤੇ ਇਹ ਜਿਹੜੀ ਚੇਂਜਸ ਹਨ, ਇਹਨਾਂ ਨੂੰ ਸਮਝਣਾ, ਇਹਨਾਂ ਦੇ ਉੱਪਰ ਨਜ਼ਰ ਰੱਖਣਾ ਔਰ ਇਸ ਡਿਬੇਟ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ। ਅੱਜ ਇਨ ਚੇਂਜਸ ਨੂੰ ਇੰਟਰਨੈਸ਼ਨਲ ਲੈਵਲ ਤੇ ਸਮਝਣ ਵਾਸਤੇ ਅਸੀਂ ਇਨਵਾਈਟ ਕੀਤਾ ਹੈ ਇੰਟਰਨੈਸ਼ਨਲ ਅਫੇਅਰਸ ਦੇ ਐਕਸਪਰਟ ਮਨਦੀਪ ਸਿੰਘ ਮਲਹੋਤਰਾ ਜੀ ਨੂੰ। ਮਨਦੀਪ ਜੀ ਜੀਓ ਪੋਲਿਟਿਕਸ ਦੇ ਇੱਕ ਪ੍ਰੋਫੈਸਰ ਰਹਿ ਚੁੱਕੇ ਹਨ ਔਰ ਇੱਕ ਇੰਟਰਨੈਸ਼ਨਲ ਪ੍ਰਾਈਵੇਟ ਇਕੁਇਟੀ ਫੰਡ ਦੇ ਮੈਨੇਜਿੰਗ ਡਾਇਰੈਕਟਰ ਹੈਗੇ। ਮਨਦੀਪ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਵੈਲਕਮ। ਸਤਿ ਸ਼੍ਰੀ ਅਕਾਲ ਮਨਦੀਪ ਜੀ ਜਿੱਦਾਂ ਕਿ ਅਸੀਂ ਕਿਹਾ, ਅਸੀਂ ਸਾਰੇ ਸਮਝਦੇ ਹਾਂ ਕਿ ਇਸ ਲਈ ਸਾਰੀ ਦੁਨੀਆ ਵਿੱਚ ਬਹੁਤ ਸਾਰੀ ਚੇਂਜਸ ਆ ਰਹੀਆਂ ਹਨ। ਇੱਕ ਇਨਫਲੈਕਸ਼ਨ ਪੁਆਇੰਟ ਤੇ ਹੈਗੀ ਦੁਨੀਆ ਤੇ ਉਹ ਜਿਹੜੇ ਇੰਟਰਨੈਸ਼ਨਲ ਡਾਇਨਾਮਿਕਸ ਹੈਗੇ, ਇੰਟਰਨੈਸ਼ਨਲ ਪੋਲਿਟਿਕਸ ਹੈਗੀ ਹੈ, ਉਸਦੇ ਬਹੁਤ ਸਾਰੀ ਚੇਂਜਸ ਜਨਰੇਸ਼ਨਲ ਚੇਂਜਸ ਆ ਰਹੀਆਂ ਹਨ ਜੋ ਆਪਾਂ ਪਿਛਲੇ ਕੁਝ ਸਾਲ ਤੋਂ ਆਈ ਵੁੱਡ ਸੇ ਸੈਕੰਡ ਵਰਲਡ ਵਾਰ ਦੇ ਬਾਅਦ ਕੁਝ ਸਟੈਗਨੇਸ਼ਨ ਜਿਹੜੀ ਦੇਖੀ ਸੀ, ਹੁਣ ਦ ਥਿੰਗਸ ਆਰ ਚੇਂਜਿੰਗ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਇਨ ਚੇਂਜਸ ਦੇ ਬਾਰੇ ਥੋੜਾ ਜਾਣੂ ਕਰਾਓ। ਔਰ ਅਸੀਂ ਪਹਿਲਾਂ ਤੁਹਾਡੇ ਨਾਲ ਚਾਈਨਾ ਦੇ ਬਾਰੇ ਗੱਲ ਕੀਤੀ ਸੀ। ਅੱਜ ਅਸੀਂ ਜੋ ਤੁਹਾਡੇ ਤੋਂ ਚਾਹੁੰਦੇ ਹਾਂ ਕਿ ਯੂਰਪ ਵਿੱਚ ਕੀ ਹੋ ਰਿਹਾ ਹੈ, ਜਿਹੜਾ ਕਿ ਹਾਲੇ ਵੀ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਇਸ ਦੁਨੀਆ ਦਾ, ਇੱਕ ਸੈਂਟਰਲ ਪਾਰਟ ਹੈ, ਉਸਦਾ ਯੂਐਸ ਦੇ ਨਾਲ ਰਿਲੇਸ਼ਨ, ਇਸ ਬਾਰੇ ਸਾਨੂੰ ਜਾਣੂ ਕਰਾਓ। ਔਰ ਉਸਦਾ ਜਿਹੜਾ ਇੰਟਰਨਲ ਡਾਇਨਾਮਿਕਸ ਹੈ, ਇਹ ਜਿਹੜਾ ਬ੍ਰੈਗਜ਼ਿਟ ਦੇ ਬਾਅਦ ਸਾਰਾ ਡਿਫਰੈਂਸ ਆਉਂਦਾ ਹੈ ਔਰ ਫਰਾਂਸ ਔਰ ਇੰਗਲੈਂਡ ਦੇ ਵਿੱਚ ਆਪਸ ਵਿੱਚ ਕੀ ਚੱਲਦਾ ਪਿਆ ਹੈ, ਇਹ ਸਾਰੇ ਬਾਰੇ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਬਟ ਬਿਫੋਰ ਐਨੀਥਿੰਗ ਐਲਸ ਆਈ ਵੁੱਡ ਆਸਕ ਯੂ ਕਿ ਰੀਸੈਂਟਲੀ ਅਸੀਂ ਦੇਖ ਰਹੇ ਹਾਂ ਕਿ ਯੂਐਸ ਔਰ ਯੂਰਪ ਦੀ ਬਹੁਤ ਨਿਊਜ਼ ਆ ਰਹੀ ਹੈ। ਸਾਨੂੰ ਪਲੀਜ਼ ਦੱਸੋ ਕਿ ਇਹ ਨਿਊਜ਼ ਕਿਸ ਬਾਰੇ ਹੈਗੀ ਹੈ। Thank you. There are a lot of questions. Ji, we'll start from this. Being in news currently, what's going on between US and Europe? To start with, सारी दुनिया यूरोप तो चलती सी जी। सारी colonies and the world सारी यूरोप तो निकलदियां सीगियां। स्पेन, पोर्चुगल, इंग्लैंड, द नीदरलैंड्स, इटली। जर्मनी का ना ज्यादा नहीं आता क्योंकि उन्होंने ज्यादा कॉलोनी सीगे नहीं, वो ज्यादा बाहर गए नहीं, अफ्रीका गए सी, थोड़ी देर लिए वापस आ गए सी जी। But these are the countries that really ran most of the world and they had the colonies all over. पिछले 400-500 सालों में। That's what Europe was. जी। And then हौले हौले सारे मुल्क वापस चले गए, कॉलोनी छड़ दियां। यूरोप की एक और गल देखनी चाहिए है, बड़ी इंपॉर्टेंट है कि दे ऑल स्पीक डिफरेंट लैंग्वेजेस। जी। कॉन्टिनेंट भावे छोटा जा है जी, but their languages are very different. Their living is very different. Their eating is very different. सारा वखरा वखरा इंडिया वर्गा जी। फिर भी वो कोशिश करते ना इकट्ठे रहिए जी। उस तो बाद इन्होंने बनाया EEC, यूरोपियन इकोनॉमिक कम्युनिटी की, होर इकट्ठे हो जाइए एज ए बिग मार्केट। जी। वो बना तो लिया पर देन यूएस थॉट कि यार हुन साडे कंपटीशन ही आ गया, बट फिर भी यूएस ने कहा चलो साम लांगे असी। करते करते ओ हुन यूरोप सीगा तो डिफरेंट, हुन डिफरेंसेस फिर सामने आ गई जी। क्योंकि कौन किदे कोलों की खरीद रहा, कौन किन्नू की बेच रहा। कभी जर्मनी का ना आंदा सी कि वो यूरोप ने चला रहा है, कभी फ्रांस चला रहा है, कभी इंग्लैंड चला रहा है जी। बट फिर एकदम नाल ब्रेक्सिट आया कि इंग्लैंड कहता असीं तुहाडे नाल काम ही नहीं कर सकते जी, कि असीं यूरोप तो ही बाहर हो जाना जिहड़ी तुसीं बनाई है जी। वो बाहर निकले सीगे। सारे ने हुण पढ़िया ये अखबारां विच कि समरी डील जिहड़ी आस्ट्रेलिया नाल होई सी फ्रांस दी जी, ਉਹਨੂੰ ਪਿੱਛੇ ਛੱਡ ਕੇ ਉਹਨਾਂ ਨੇ ਅਮਰੀਕਾ ਤੇ ਇੰਗਲੈਂਡ ਨਾਲ ਡੀਲ ਬਣਾ ਕੇ 60 ਬਿਲੀਅਨ ਦਾ ਆਪਣਾ 12 सबमरीन ਦਾ ਕੰਟਰੈਕਟ ਕਰ ਲਿਆ। ਨਿਊਕਲੀਅਰ ਸਬਮਰੀਨਸ ਦਾ। ਨਿਊਕਲੀਅਰ ਸਬਮਰੀਨ ਉਹ ਕਰਦੇ ਹੀ
फ्रांस बिल्कुल ही मुकर गया कि ਇਹ ਨਹੀਂ ਹੋਣਾ ਚਾਹੀਦਾ, ਇਹ ਸਾਡੇ ਲਈ ਨੁਕਸਾਨ ਲਈ ਹੈ। ਹੂੰ ਉਹ ਹੁਣ ਵੀ ਅਮਰੀਕਾ ਨਾਲ, ਆਸਟ੍ਰੇਲੀਆ ਨਾਲ ਖੁਸ਼ ਨਹੀਂ ਹੈਗਾ। ਐਂਬੈਸਡਰ ਵਾਪਸ ਸੱਦ ਲਏ ਜੀ ਮਨਾਮ ਨੂੰ ਕਿ ਹਾਲੇ ਇੱਕ ਐਂਬੈਸਡਰ ਤਾਂ ਵਾਪਸ ਭੇਜਤਾ ਆਸਟ੍ਰੇਲੀਆ, ਜੀ ਬਟ ਉਹ ਹੁਣ ਅੱਗੇ ਹੀ ਅੱਗੇ ਪ੍ਰੋਬਲਮ ਹੁਣ ਫਿਸ਼ਿੰਗ ਵਿੱਚ ਚਲੀ ਗਈ ਹੈ ਕਿ ਕੌਣ ਕਿੱਥੇ ਮੱਛੀਆਂ ਫੜੇਗਾ। ਫਰਾਂਸ ਇੰਗਲੈਂਡ ਨੂੰ ਬਿਜਲੀ ਵੇਚੇਗਾ ਕਿ ਨਹੀਂ ਵੇਚੇਗਾ। ਜੀ ਮਤਲਬ ਇਹ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਹ ਯੂਰਪ ਦਾ ਹਾਲ ਹੋ ਸਕਦਾ ਹੈ। ਹੂੰ ਉਹ ਵੀ ਅੱਜ ਦੇ ਜ਼ਮਾਨੇ ਵਿੱਚ, ਜੋ ਕਿ ਸਾਰਿਆਂ ਨੂੰ ਸਮਝਾ ਰਹੇ ਸੀ ਕਿ ਬਈ ਪੜ੍ਹੇ ਲਿਖੇ ਬੰਦੇ ਇੰਜ ਨਹੀਂ ਕਰਦੇ, ਹੂੰ ਲੇਕਿਨ ਇਹ ਅੱਜ ਉਸ ਮੁਕਾਮ ਤੇ ਪਹੁੰਚ ਗਏ ਨੇ ਕਿ ਸਾਰੀ ਦੁਨੀਆ ਵੇਖ ਰਹੀ ਹੈ ਕਿ ਇਹ ਦੋਨੋਂ ਮੁਲਕ ਜਿਹੜੇ ਦੁਨੀਆ ਦੇ ਬਾਦਸ਼ਾਹ ਹੁੰਦੇ ਸੀ ਇੱਕ ਟਾਈਮ ਤੇ, ਜੀ ਅੱਜ ਇਹ ਕਰ ਰਹੇ ਨੇ। ਜੀ ਸਾਰਾ ਕੁਝ ਇਹ ਚਾਈਨਾ ਦੇ ਖਿਲਾਫ ਕਰਨਾ ਚਾਹੁੰਦਾ ਸੀ, ਹੁਣ ਚਾਈਨਾ ਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਕਰ ਕੀ ਰਹੇ ਨੇ, ਜੀ ਸਾਨੂੰ ਕਰਨਾ ਕੀ ਚਾਹੀਦਾ ਅੱਗੇ। ਬਟ ਅਸੀਂ ਹੋਰ ਗੱਲਾਂ ਕਰਾਂਗੇ ਇਹਦੇ ਉੱਤੇ, ਬਟ ਦਿਸ ਇਜ਼ ਅ ਵੈਰੀ ਕੰਪਲੈਕਸ ਸਿਚੁਏਸ਼ਨ which the whole world is watching right now. ਜੀ 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 ਯੂ نو ਇਹ ਜਿਹੜਾ ਇੱਕ ਨਵਾਂ ਡਾਇਨਾਮਿਕ ਯੂਰਪ ਵਿੱਚ ਸਾਹਮਣੇ ਆਇਆ ਹੈ ਆਫਟਰ ਬ੍ਰੈਗਜ਼ਿਟ, you know, can you explain our viewers a little ਕਿ ਇਹ ਬ੍ਰੈਗਜ਼ਿਟ ਦੀ ਜਿਹੜੀ ਨੀਡ ਹੈ ਕਿਉਂ ਫੀਲ ਕੀਤੀ ਇੰਗਲੈਂਡ ਨੇ, ਔਰ ਇਸ ਦੇ ਪ੍ਰੈਕਟੀਕਲ ਇੰਪਲੀਕੇਸ਼ਨਸ ਕੀ ਹਨ ਉਹਨਾਂ ਦੀ ਇਕਨੋਮੀ ਵਾਸਤੇ, ਉਹਨਾਂ ਦੀ ਜਿਹੜੇ ਮਿਲਟਰੀ ਅਲਾਈਅੰਸਸ ਹਨ ਉਹਨਾਂ ਵਾਸਤੇ। what are the practical implications of Brexit? ਸੀ ਵੇਖੋ, ਯੂਰਪ ਦਾ ਸਭ ਤੋਂ ਵੱਡਾ ਇਕੱਠਾ ਹੋਣ ਦਾ ਇਹ ਮਤਲਬ ਸੀਗਾ ਪਹਿਲਾਂ ਜੀ ਸੈਕੰਡ ਵਰਲਡ ਵਾਰ ਦੇ ਬਾਅਦ ਸਾਰੇ ਇਕੱਠੇ ਹੋ ਗਏ ਸੀ ਕਿ ਰਸ਼ੀਆ ਦੁਸ਼ਮਣ ਹੈ, ਤਾਂ ਪੂਰਾ ਯੂਰਪ ਇਕੱਠਾ ਹੋ ਗਿਆ ਜੀ ਇਹਨਾਂ ਨੇ ਮਿਲਟਰੀ ਲਈ, ਡਿਫੈਂਸ ਲਈ ਆਪਣੇ ਨੇਟੋ ਬਣਾਇਆ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਬੈਕਡ ਬਾय ਅਮਰੀਕਾ। ਸਾਰਾ ਅਸਲਾ ਪੈਸਾ ਅਮਰੀਕਾ ਦਾ ਲੱਗਦਾ ਸੀ ਉੱਥੇ ਕਿ ਵੀ ਵਿਲ ਡਿਫੈਂਡ ਯੂਰਪ ਆਫਟਰ ਮਾਰਸ਼ਲ ਪਲਾਨ। ਬਿਲਕੁਲ ਜੀ ਉਹ ਕਾਫੀ ਕਾਮਯਾਬ ਰਿਹਾ। ਰਸ਼ੀਆ ਨੇ ਕਦੀ अपना aggression दिखाया नहीं, except a few new countries came up in Yugoslavia, Czechoslovakia broke up, and ਉਸ ਤੋਂ ਬਾਅਦ ਰਸ਼ੀਆ ਵੀ ਟੁੱਟ ਗਿਆ ਥੋੜਾ ਜਿਹਾ, more countries added up in Europe. But under Trump administration, NATO became weaker because our president said ਅਸੀਂ ਹੁਣ ਤੁਹਾਡੀ ਬੜੀ ਡਿਫੈਂਸ ਲਈ ਪੈਸੇ ਖਰਚ ਲੈਣੇ, ਹੁਣ ਤੁਸੀਂ ਆਪਣਾ ਵੀ ਵੇਖੋ ਜੀ, अपने पैसे भी लाओ, because they were not putting in as much money in defense as America was. ਜੀ ਗੱਲ ਵੀ ਠੀਕ ਹੈ ਬਈ ਤੁਸੀਂ ਆਪਣਾ ਵੀ ਥੋੜਾ ਜਿਹਾ ਪੈਸਾ ਲਾ ਲਓ। ਉਹ ਯੂਰੋਪੀਅਨ ਕੰਟਰੀਜ਼ ਨੂੰ ਥੋੜਾ ਇੰਜ ਵੀ ਪਸੰਦ ਨਹੀਂ ਆਇਆ। ਇੰਗਲੈਂਡ ਪਹਿਲੇ ਖੁਸ਼ ਨਹੀਂ ਸੀਗਾ ਜ਼ਿਆਦਾ, ਉਹਨਾਂ ਨੂੰ ਜ਼ਿਆਦਾ ਫਾਇਦਾ ਨਹੀਂ ਹੋਇਆ ਯੂਰੋਪੀਅਨ ਯੂਨੀਅਨ ਜੁਆਇਨ ਕਰਕੇ। ਓਕੇ, ਮਾਈਗ੍ਰੇਸ਼ਨ ਜ਼ਿਆਦਾ ਹੋ ਗਈ, ਲੋਕੀ ਯੂਰਪ ਤੋਂ ਨੱਠ ਕੇ ਇੰਗਲੈਂਡ ਜ਼ਿਆਦਾ ਆ ਜਾਂਦੇ ਸੀ, because it was an English speaking country. ਬਾਕੀ ਸਾਰੀ ਲੈਂਗੁਏਜਸ ਜਿਹੜੀਆਂ ਸੀਗੀਆਂ ਉਹ ਜਿਹੜਾ ਵੀ ਮਾਈਗ੍ਰੈਂਟ ਆਉਂਦਾ ਸੀ ਬੋਲ ਨਹੀਂ ਪਾਉਂਦਾ ਸੀ ਜ਼ਿਆਦਾ। ਜਰਮਨੀ ਗਏ ਤਾਂ ਜਰਮਨ ਸਿੱਖੋ, ਇਟਲੀ ਗਏ ਇਟਾਲੀਅਨ ਸਿੱਖੋ, ਫ੍ਰੈਂਚ ਗਏ ਫ੍ਰੈਂਚ ਸਿੱਖੋ, ਉਹ ਸਾਰੇ ਇੱਥੇ ਆ ਗਏ। ਮਨਦੀਪ ਜੀ, ਇਹ ਕੌਣ ਲੋਕੀ ਆ ਰਹੇ ਸੀਗੇ? ਈਸਟਰਨ ਯੂਰੋਪੀਅਨ ਤੋਂ ਆ ਰਹੇ ਸੀਗੇ ਕਿ ਅਫਰੀਕਨ ਕੰਟਰੀਜ਼ ਤੋਂ ਆ ਰਹੇ ਸੀਗੇ, ਅਰੇਬੀਅਨ ਕੰਟਰੀਜ਼ ਤੋਂ ਆ ਰਹੇ ਸੀਗੇ? ਕੌਣ ਲੋਕੀ ਸੀਗੇ ਜਿਹੜੇ ਇੰਗਲੈਂਡ ਵਿੱਚ ਜਾ ਰਹੇ ਸੀਗੇ and there was a general unhappiness about it? We would not know because of census में आता नहीं है, they're illegal, number one. But they definitely were more English speaking because सारे दुनिया ਚ अंग्रेजी ਸਾਰੇ ਬੋਲ ਲੈਂਦੇ ਨੇ। ਅੱਛਾ ਜੀ। तो ਉਹ ਜੋ ਵੀ ਯੂਰਪ ਆਂਦਾ ਸੀ ਉਹ ਕਹਿੰਦਾ ਸੀ ਇੰਗਲੈਂਡ ਚੱਲਦੇ ਆ। So it became a very safe haven for migrants to go into England. ਤਾਂ ਬਾਕੀ ਯੂਰਪ ਫਿਰ ਵੀ ਬੈਠਾ ਰਹਿੰਦਾ ਸੀ। ਅੰਗਰੇਜ਼ ਕਹਿਣ ਲੱਗ ਗਏ ਵੀ ਹੁਣ ਸਾਡੇ ਕੋਲ ਜ਼ਿਆਦਾ ਨਾ ਆਓ, we are not benefiting much, ਸਾਨੂੰ ਬਾਹਰ ਨਿਕਲਣ ਦਿਓ। And you know it went on for 2-3 years. Election ਵਿੱਚ ਵੀ ਗਏ, election ਵਿੱਚ ਵੀ ਕਿਹਾ ਕਿ ਚਲੋ ਨਿਕਲ ਜਾਓ। Younger generation said we'll stay on, the older population said we want to get out. ਕਰ ਕਰਾ ਕੇ finally ਉਹਨਾਂ ਦਾ ਬਿੱਲ ਪਾਸ ਹੋ ਗਿਆ ਤਾਂ ਉਹ ਯੂਰੋਪੀਅਨ ਯੂਨੀਅਨ ਤੋਂ ਬਾਹਰ ਆ ਗਏ।
Now European Union तो बाहर तो आ गए, but now they have to sign in new trade alliances. Militarily तो चलो अमेरिका है, they're all Anglo-Saxon, अंग्रेजी बोलते हैं, बड़ी पुरानी दोस्ती है. They can manage that. But economically and defensively, they might stand to gain if Europe continues the way it is, because they're having a lot of ਕੀ ਕਹਿੰਦੇ ਨੇ ਆਪਣੇ ਆਪ ਵਿੱਚ ਹੀ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ. ਮਨਦੀਪ ਜੀ ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ. ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ. ਦ ਵੇ ਫਾਰਵਰਡ ਇਸ ਤੁਹਾਡਾ ਸਵਾਗਤ ਹੈ. ਮੈਂ ਤੁਹਾਡਾ ਹੋਸਟ ਹਰਜੋਤ ਸਿੰਘ. ਮਨਦੀਪ ਜੀ ਜਦ ਅਸੀਂ ਯੂਰਪ ਦੀ ਗੱਲ ਕਰਦੇ ਹਾਂ ਮੈਂ ਤੁਹਾਡੇ ਤੋਂ ਇੱਕ ਫੈਕਟ ਚੈੱਕ ਇੱਕ ਜੋ ਰਿਐਲਿਟੀ ਹੈਗੀ ਹੈ there was a time as you said ਕਿ ਯੂਰਪ ਸਾਰੀ ਦੁਨੀਆ ਨੂੰ ਕੰਟਰੋਲ ਕਰਦਾ ਸੀਗਾ ਐਂਡ ਇਵਨ ਪੋਲਿਟਿਕਲੀ ਕੰਟਰੋਲ ਕਰਨ ਦੇ ਬਾਅਦ ਵੀ ਆਫਟਰ ਦ ਫਰਸਟ ਐਂਡ ਸੈਕੰਡ ਵਰਲਡ ਵਾਰ ਜਦ ਕਲੋਨੀਅਲਿਜ਼ਮ ਵੀ ਖਤਮ ਹੁੰਦਾ ਹੈ ਉਹਨਾਂ ਦੀ ਜਿਹੜੀ ਕੰਪਨੀ ਸੀਗੀਆਂ ਬ੍ਰਿਟਿਸ਼ ਪੈਟਰੋਲੀਅਮ ਸ਼ੈਲ ਉਹ ਸਾਰੀ ਦੁਨੀਆ ਦੀ ਪੋਲਿਟੀ ਨੂੰ ਕੰਟਰੋਲ ਕਰਦੇ ਸਨ ਓਵਰਨਾਈਟ ਚੇਂਜ ਕਰ ਦਿੰਦੇ ਸਨ. ਕਿਆ ਯੂਰਪ ਅੱਜ ਉਹ ਪਾਵਰ ਐਕਸਰਸਾਈਜ਼ ਕਰਦਾ ਹੈ ਦੁਨੀਆ ਵਿੱਚ? Very good question. As far as corporations are concerned, जी, ਜਿਹੜੀ ਕੰਪਨੀਆਂ ਤੁਸੀਂ ਨਾਂ ਲਿੱਤੇ ਨੇ, जी, ਹਾਂਜੀ, Europe does exercise that power. If you look at oil and gas, ਕਾਫੀ ਅਮਰੀਕਾ ਦੀ ਕੰਪਨੀਆਂ ਵੀ ਅੱਗੇ ਆ ਗਈਆਂ ਨੇ, जी, but Shell, petroleum, Netherlands ਦੀਆਂ ਹਾਲੇ ਵੀ ਹੈਗੀਆਂ ਨੇ. जी, Pharmaceuticals, दवाइयाँ, between Switzerland, France and England काफी आगे ने. सारी shipping industry more or less, repairs, canals बनानियाँ, Netherlands, Greece, इन्ना कोल ने. जी, पानी दी कंपनियाँ and infrastructure company सारी France कोल ने, दही, fashion. ਇਹ ਸਾਰੀ ਯੂਰਪ ਦੀਆਂ ਕੰਪਨੀਆਂ ਨੇ. ਸਕੈਂਡੀਨੇਵੀਆ ਦੀ ਆਈਕੀਆ ਹੈ, ਹਰ ਜਗ੍ਹਾ ਦੀ ਦੁਨੀਆ ਵਿੱਚ. ਨੋਕੀਆ ਤੁਹਾਨੂੰ ਪਤਾ ਕਿੱਥੋਂ ਆਇਆ ਹੈ, ਉਸ ਤੋਂ ਬਾਅਦ ਸਾਰੇ ਸੈੱਲ ਫੋਨ ਬਣੇ ਜੀ. Europe still has a very, very strong standing in making the world go round. They gather most of the profits through the corporations. जी. And कहना तो नहीं चाहिए, but selling of arms and ammunition and weapons is also a very strong industry for a few companies and countries. जी. Plane भी बनाते हैं between Germany, England and France. Airbus is one of the bigger competitors to Boeing. जी. Boeing company. So they have a lot going for them. And they still have a strong standing power in multinational corporations. जी. A Facebook might not need to influence politics of a country as much as a corporation dealing with natural resources. That remains to be a fact. Isn't that so? It's very true. I'll give you a very basic example which you will enjoy. जी. दुनिया का हर बंदा, हर इंसान चॉकलेट खाना पसंद करता है जी. ਤੁਹਾਨੂੰ ਉਹ ਇਹ ਕਹਿੰਦਾ ਹੈ ਕਿ ਬੈਲਜੀਅਨ ਚਾਕਲੇਟ ਬੜੀ ਵਧੀਆ ਹੈ, ਸਵਿਸ ਚਾਕਲੇਟ ਬੜੀ ਵਧੀਆ ਹੈ. ਰਾਈਟ ਜੀ. ਐਸ ਕੰਪੇਅਰਡ ਟੂ ਨੈਚੁਰਲ ਰਿਸੋਰਸਸ ਆਰ ਕੰਸਰਨਡ. ਹੁਣ ਕਿਸੇ ਨੂੰ ਇਹ ਪੁੱਛੋ ਯਾਰ ਉਹ ਉਗਾਉਂਦੇ ਕੀ ਨੇ ਚਾਕਲੇਟ ਬਣਾਉਣ ਲਈ? ਨਾ ਉਹ ਸ਼ੂਗਰ ਕੇਨ ਉਗਾਉਂਦੇ ਨੇ ਜੀ, ਨਾ ਉਹ ਕੋਕੋ ਉਗਾਉਂਦੇ ਨੇ. ਦੋ ਮੇਜਰ ਇੰਗਰੀਡੀਐਂਟ ਨੇ ਚਾਕਲੇਟ ਬਣਾਉਣ ਲਈ ਜੀ. ਉਹ ਦੋਨੋਂ ਇੰਪੋਰਟ ਕਰਦੇ ਨੇ ਅਫਰੀਕਾ ਤੋਂ, ਦੁਨੀਆ ਤੋਂ, ਇੱਧਰ ਤੋਂ ਉੱਧਰ ਤੋਂ ਜੀ. ਬਟ ਉਹਨਾਂ ਕੋਲ ਟੈਕਨੋਲੋਜੀ ਹੈ, ਉਹਨਾਂ ਨੇ ਦੁੱਧ ਪਾ ਕੇ ਕਿਸ ਤਰ੍ਹਾਂ ਉਹਨੂੰ ਵਧੀਆ ਬਣਾਉਣਾ ਜੀ. Here is the answer. ਹੈ ਕੁਝ ਨਹੀਂ ਉਹਨਾਂ ਕੋਲ ਚਾਕਲੇਟ ਬਣਾਉਣ ਲਈ, ਬਟ ਉਹ ਚਾਕਲੇਟ ਬੜੀ ਵਧੀਆ ਬਣਾ ਲੈਂਦੇ ਨੇ. Now if we look back to us, if we look at Punjab, basic, I'm not comparing, but it's one way to compare also. जी.
And why not compare? Why should Punjab not be making chocolates, for example? Hypothetical. जी दूध ਉਹਨਾਂ ਕੋਲ ਹੈ, ਉਹਨਾਂ ਕੋਲ ਸ਼ੂਗਰ ਕੇਨ ਵੀ ਹੈ, ਕੋਕੋ ਮੰਗਾਣੀ ਹੋ ਸਾਊਥ ਇੰਡੀਆ ਤੋਂ ਮੰਗਾ ਲੈਣ। जी So what they need to do, and what Switzerland and Belgium and Austria has been able to do, जी is to upgrade themselves in technology, upgrade themselves in how to add value to the same resource that they already have. It's like a diamond अफ्रीका तो निकलता है, एक वैल्यू होती है, पॉलिश होकर निकलता है, हजारा ही चले जाता है। जी It's just the polishing, who does it and how they do it. It goes from hundreds to thousands. जी And that's what Europe has been very good at. ਕੰਪਨੀਆਂ ਦੂਜਾ ਕੋਲ ਰਿਸੋਰਸਸ ਲੈ ਕੇ, ਜਿਸ ਤਰ੍ਹਾਂ ਇੰਡੀਆ ਤੋਂ ਉਹਨਾਂ ਨੇ ਕਾਟਨ ਲਿੱਤੀ जी ਇੰਡੀਆ ਦੀ ਕਾਟਨ ਇੰਡਸਟਰੀ ਖਰਾਬ ਹੋ ਗਈ, ਮੈਨਚੈਸਟਰ became the capital of जी cotton because of industrialization. जी So Europe had that lead. ਚਲੋ ਇੱਕ ਜ਼ਮਾਨਾ ਸੀਗਾ ਲੀਡ ਸੀਗੀ, but ਅੱਜ ਦੇ ਜ਼ਮਾਨੇ 'ਚ it's human capital ਕਿ ਬੰਦਾ ਕੀ ਕਰ ਸਕਦਾ ਹੈ। It's like the Japanese. ਉਹਨਾਂ ਕੋਲ ਆਇਰਨ ਔਰ ਨਹੀਂ ਹੈਗਾ, ਸਟੀਲ ਨਹੀਂ ਹੈਗੀ, ਲਾਈਮਸਟੋਨ ਨਹੀਂ ਹੈਗਾ, ਰਬਰ ਪਲਾਂਟੇਸ਼ਨ ਨਹੀਂ ਹੈਗੀ, ਫਟਕਾਰਾ ਉਹ ਸਾਰਿਆਂ ਨੇ ਜਾਪਾਨੀ ਲੈਣੀ ਹੁੰਦੀ ਹੈ। जी ਰਾਈਟ जी ਉਹ ਸਟੀਲ ਇੰਡੀਆ ਤੋਂ ਖਰੀਦਦੇ ਨੇ, ਰਬਰ ਖਰੀਦਦੇ ਨੇ ਅਫਰੀਕਾ ਤੋਂ, ਬਟ ਅੱਧੀ ਟਾਇਰ ਕੰਪਨੀ ਉਹਨਾਂ ਦੀਆਂ ਨੇ, ਹੋਂਡਾ ਟੋਇਟਾ ਸਾਰਿਆਂ ਨੂੰ ਉਹੀ ਪਸੰਦ ਹੁੰਦੀ ਹੈ। ਗੱਡੀ ਲੈਣੀ ਹੈ ਤਾਂ ਵੀ ਆਰ ਰਿਲਾਇਬਲ ਔਨ ਦ ਜਾਪਨੀਜ਼, ਐਂਡ ਦੈਟਸ ਕਾਲਡ ਹਿਊਮਨ ਵੈਲਿਊ। जी 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 ਹੁਣ ਉੱਥੇ ਯੂਰਪ ਵੀ ਅੱਗੇ ਹੈ, ਜਾਪਾਨ ਵੀ ਅੱਗੇ ਹੈ, ਸਾਰੇ ਅੱਗੇ ਨਿਕਲੀ ਜਾ ਰਹੇ ਨੇ। ਹੁਣ ਅਸੀਂ ਵੇਖਣਾ ਅਸੀਂ ਵੀ ਕੀ ਕਰ ਸਕਦੇ ਹਾਂ ਉਹਦੇ 'ਚ। जी 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 नहीं, बड़ा बड़ा इंपॉर्टेंट पॉइंट है इसी करके यू नो एंड आई डोंट नो पंजाब विच और पूरे इंडिया विच इफ ਜਿਹੜੇ ਸੌਫਟ ਸਕਿੱਲਸ ਦੇ ਜਿਹੜੀ ਇਨਵੈਸਟਮੈਂਟ ਹੈ, ਹਿਊਮਨ ਕੈਪੀਟਲ ਤੇ ਇਨਵੈਸਟਮੈਂਟ ਹੈ, ਉਹ ਐਡਿਕੁਏਟਲੀ ਹੋ ਰਹੀ ਹੈ ਕਿ ਨਹੀਂ। ਥਿੰਗਸ ਲਾਈਕ ਮੇਕ ਇਨ ਇੰਡੀਆ is it moving in the right direction as much as required ਕਿ ਇੱਕ ਫੈਕਟਰੀ ਜਿਵੇਂ ਚਾਈਨਾ ਅੱਜ ਤੋਂ ਕੁਝ ਸਾਲ ਪਹਿਲਾਂ ਦੁਨੀਆ ਦੀ ਉਹ ਬਣੀ ਹੈ, is that a sustainable model? Is that what we're looking at? We should look at matlab China has shown the world that in within 10-15 years ਉਹਨਾਂ ਨੇ ਪੂਰਾ ਆਪਣਾ infrastructure country ਦਾ ਸਾਰਾ ਕੁਝ uplift ਕਰ ਲਿਆ। जी ਲੋਕੀ ਇਹ ਵੀ even after saying ਜਦੋਂ ਜਾਪਾਨ ਵੀ ਅੱਗੇ ਆਇਆ ਸੀ 1950s 60s ਵਿੱਚ, जी the world said we don't trust the Japanese production. But over a period of time they all trusted the Japanese production and manufacturing. China ਨਾਲ ਵੀ ਉਹੀ ਹੋਇਆ ਹੈ। But now India has definitely brought in the Make in India foot forward, and the kind of talent there is in India, they can definitely be able to do something out of it. So of course, we need discipline. We need the resources to go in. We need to establish a market, where to sell, pricing. So there are a lot of factors that go in. And we look at a good example of technology. Everybody says Indian technology, but India is technology forefront ਤੇ ਆਉਣ ਦੀ ਕੋਸ਼ਿਸ਼ ਹੋ ਰਹੀ ਹੈ। Back end ਤਾਂ ਉਹਨਾਂ ਨੇ ਕਰ ਲਿਆ 20 ਸਾਲ ਤੋਂ, just serving the US companies or European companies. जी. But are they able to bring the next Google, Facebook, XYZ companies to the forefront of that valuation with a new idea? ਜੀ ਮਨਦੀਪ ਜੀ, ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅੱਜ ਅਸੀਂ ਗੱਲ ਕਰ ਰਹੇ ਹਾਂ ਇੰਟਰਨੈਸ਼ਨਲ ਅਫੇਅਰਸ ਦੇ ਐਕਸਪਰਟ ਮਨਦੀਪ ਸਿੰਘ ਮਲਹੋਤਰਾ ਜੀ ਨਾਲ। ਮਨਦੀਪ ਜੀ, ਅੱਜ ਆਪਾਂ ਯੂਰਪ ਤੇ ਫੋਕਸ ਕਰ ਰਹੇ ਹਾਂ। ਤੁਸੀਂ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਯੂਰਪ ਨੇ ਇੰਡਸਟਰੀਅਲ ਰੈਵੋਲੂਸ਼ਨ ਲੀਡ ਕੀਤਾ ਦੁਨੀਆ ਨੂੰ, ਔਰ ਕਈ ਉਹਨਾਂ ਦੇ ਐਸੇ ਉਸਲੇ ਬਿਜ਼ਨੈਸਿਸ ਆਏ, ਕਾਰਪੋਰੇਸ਼ਨਸ ਆਏ, ਵਿਚ ਚੇਂਜ ਦ ਵਰਲਡ, ਜੋ ਵਿਚ ਲੈਡ ਦ ਵਰਲਡ।
ਹੁਣ ਅਸੀਂ ਪਿਛਲੇ ਐਟਲੀਸਟ ਅਗਰ ਅਸੀਂ 10-20 ਸਾਲਾਂ ਵਿੱਚ ਦੇਖੀਏ ਜਿਹੜੀ ਵੀ ਲੀਡਿੰਗ ਕੰਪਨੀਆਂ ਹਨ ਐਂਡ ਦਿਸ ਹੈਜ਼ ਬੀਨ ਹੈਪਨਿੰਗ ਫॉर द ਲਾਸਟ 100 ਇਅਰਸ ਬਟ ਪਾਰਟਿਕੂਲਰਲੀ ਇਨ ਦ ਲਾਸਟ 10-20 ਇਅਰਸ ਟੈਕਨੋਲੋਜੀ ਦੀ ਕੰਪਨੀਆਂ ਦੀ ਅਗਰ ਅਸੀਂ ਗੱਲ ਕਰੀਏ ਤੇ ਉਹ ਸਭ ਯੂਐਸ ਤੋਂ ਆਉਂਦੀਆਂ ਨਜ਼ਰ ਆਉਂਦੀਆਂ ਯੂਰਪ ਕੋਈ ਨਵੀਂ ਚੀਜ਼ ਸਾਹਮਣੇ ਲੈ ਕੇ ਨਹੀਂ ਆ ਰਿਹਾ ਇਸ ਦੀ ਕੀ ਵਜ੍ਹਾ ਦੇਖਦੇ ਹੋ ਵਜ੍ਹਾ ਇਹ ਸੀ ਕਿ ਯੂਰਪ had established itself and they followed those principles of capitalism. ਜੀ ਵੱਡੀ ਵੱਡੀ ਕੰਪਨੀਆਂ ਚਲਾਉਣ ਦੇ ਉਹਨਾਂ ਨੂੰ ਆਦਤ ਸੀਗੀ ਤਾਂ ਉਹ ਉਸੇ ਮੋਲਡ ਵਿੱਚ ਉਸੇ ਸਟਰਕਚਰ ਵਿੱਚ ਚਲਾ ਰਹੇ ਨੇ ਕੰਪੇਅਰਿੰਗ ਇਟ ਟੂ ਦ ਯੂਐਸ ਜੀ ਜਦੋਂ ਇੱਥੇ 1990s ਵਿੱਚ ਕੰਪਿਊਟਰ ਆਏ ਸੌਫਟਵੇਅਰ ਇੱਥੇ ਬਣਨਾ ਸ਼ੁਰੂ ਹੋਇਆ ਮਾਈਕਰੋਸਾਫਟ ਵਰਗੀ ਕੰਪਨੀਆਂ ਅੱਗੇ ਆਈਆਂ IBM ਪਹਿਲਾਂ ਹੀ ਸੀਗਾ ਬਣਾ ਰਿਹਾ ਸੀਗਾ ਇਹ ਨਹੀਂ ਕਿ ਯੂਰਪ ਨਹੀਂ ਸੀਗਾ ਉੱਥੇ ਵੀ ਇਹ ਕੰਪਨੀਆਂ ਸੀਗੀਆਂ ਜੈਸੇ ਨੋਕੀਆ ਫੋਨ ਬਣਾ ਰਿਹਾ ਸੀ ਜੀ ਉੱਥੇ ਇੱਕ ਹੋਰ ਕੰਪਨੀ ਦਾ ਨਾਮ ਜ਼ੀਮਨਸ ਜਰਮਨੀ ਦੀ ਸੀਗੀ ਉਹ ਵੀ ਬਣਾ ਰਹੇ ਸੀ but they could not break the 9 to 5 mold first of all ਜੀ ਉਹ ਉਸ mold ਵਿੱਚ ਸੀਗੇ ਕਿ 9 ਵਜੇ ਕੰਮ ਤੇ ਆਇਆ ਤਾਂ 5 ਵਜੇ ਘਰ ਜਾਣਾ ਜੀ ਅੱਜ ਵੀ ਕਾਫੀ prominent ਹੈ ਉੱਥੇ it's not easy to break into that mold कि we need to work more than 9 to 5 ਜੀ ਉਹਨਾਂ ਨੂੰ ਅਗਰ ਕਹਿ ਦਿਓ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਘੰਟਾ ਐਕਸਟਰਾ ਕੀ ਕਰਨਾ ਇੱਥੇ ਹਾਂਜੀ ਹਾਂਜੀ ਹੁਣ ਤੇ ਹਾਲੇ ਵੀ ਉਹ ਤੇ 9 to 5 ਨੂੰ ਵੀ 4 days a week ਕਰਨਾ ਚਾਹ ਰਹੇ ਨੇ there's a movement gone in France ਜੀ ਜੀ very true now when you do a startup ਹੁਣ ਸਾਰੇ ਨੇ ਅਮਰੀਕਾ ਦੀ ਕਹਾਣੀਆਂ ਸੁਣੀਆਂ ਨੇ ਕਿ ਅਸੀਂ ਤਾਂ ਗਰਾਜ ਤੋਂ ਸ਼ੁਰੂ ਕੀਤਾ ਇੱਥੇ ਤਾਂ ਫੈਸ਼ਨ ਜਿਹਾ ਬਣ ਗਿਆ ਹੁਣ ਜੀ ਅਗਰ ਘਰ ਵੀ ਹੈ ਤਾਂ ਵੀ ਕੋ ਗਰਾਜ ਤੋਂ ਸ਼ੁਰੂ ਕੀਤਾ ਸੀ ਠੀਕ ਹੈ ਜੀ ਉਹ ਬਣ ਗਿਆ ਮਤਲਬ ਕਿ ਗਰਾਜ ਚ ਕਰੋ ਤਾਂ ਕੰਮ ਠੀਕ ਰਹਿੰਦਾ ਹੈ ਜੀ and that was the different culture ਦੁਨੀਆ ਨੇ ਕਦੀ ਵੇਖਿਆ ਨਹੀਂ ਸੀ ਨਾ ਸੁਣਿਆ ਸੀ ਜੀ so it was something new but then of course software was something very new that was only in America क्योंकि IBM ਸੀਗਾ ਉਹਨੂੰ ਸਪੋਰਟ ਕਿਸ ਤਰ੍ਹਾਂ ਕਰਨਾ ਹੈ ਫਿਰ ਮਾਈਕਰੋਸਾਫਟ ਆਏਗਾ ਅਗਲੀ ਕੰਪਨੀਆਂ ਨੇ ਮਾਈਕਰੋਸਾਫਟ ਸੌਫਟਵੇਅਰ ਬਣਾਏ ਹੋਰ ਅੱਗੇ ਆਏ ਫਿਰ then capital also has to be available to fund new companies what we call as venture capital today ਜੀ ਉਹ ਦੁਨੀਆ 'ਚ ਕਦੇ ਵੀ ਕਿਧਰੇ ਨਹੀਂ ਹੋਇਆ except America what we call as the Silicon Valley today ਜੀ so it was a very nice mix at that time Indian technocrats migrating from India coming to San Francisco and the capital available here for them to implement the ideas that they had. Gee. We had a few strong technocrats from India who started a few companies here. And ਉਸ ਤੋਂ ਬਾਅਦ ਉਹਨਾਂ ਨੇ ਅੱਗੇ ਵੇਚਤੀਆਂ but if you look at today's world ਅਗਰ ਕੰਪਨੀ ਕਿਸੇ ਨੇ ਸਟਾਰਟ ਕਰਨੀ ਹੈ ਜੀ ਅਗਰ ਯੂਰਪ ਵਿੱਚ ਸਟਾਰਟ ਕਰਨੀ ਹੈ ਉਹ ਇਹ ਕਹਿੰਦੇ ਨੇ ਅਮਰੀਕਾ ਜਾ ਕੇ ਕਰਾਂਗੇ ਕਿਉਂਕਿ ਇੱਥੇ 18 ਘੰਟੇ ਵੀ ਬੰਦਾ ਕੰਮ ਕਰ ਸਕਦਾ ਆਰਾਮ ਨਾਲ ਕੋਈ ਇਹ ਨਹੀਂ ਪੁੱਛਦਾ ਯਾਰ 9 to 5 ਹੋ ਗਿਆ ਚਲਿਏ plus your returns are very good ਉੱਥੇ ਯੂਰਪ ਦੇ ਜਿਹੜੇ ਸਟਾਰਟਅਪ ਕਾਸਟ ਨੇ they are taxed like a corporation they don't have any benefits ki startup hai tak tax cut doge you can raise capital so there are a lot of factors that go into play ki companiyan kithe honi chahidiyan ne ji if the tax benefit capital raise and all the recipes are ready in the US so Europeans migrate to America to start a company and piche panch na bade famous hoye ne European companies ਸੀਗੀਆਂ they came to America Spotify ਸੀਗਾ ਇੱਥੇ ਆ ਕੇ the benefit and the market is very receptive to new ideas ਜੀ ਜੀ ਕਿਉਂਕਿ ਤੁਹਾਡੇ ਆਈਡੀਆ ਦੇ ਰਿਸੈਪਸ਼ਨ ਵੀ ਹੋਣੀ ਚਾਹੀਦੀ ਹੈ ਕਿ ਯਾਰ ਵਧੀਆ ਕੰਮ ਕੀਤਾ ਵਿਲ ਬਾਏ ਜੀ ਤੇ ਮਨਦੀਪ ਜੀ ਮੈਂ ਇਹ ਸਵਾਲ ਇਸ ਕੰਟੈਕਸਟ ਵਿੱਚ ਪੁੱਛ ਰਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਦੇਖੋ US ਵਿੱਚ ਇਨੋਵੇਸ਼ਨ ਹੈ US ਵਿੱਚ ਹਾਲੀ ਵੀ ਉਹ એનર્ਜੀ ਹੈ
यूएस ਸਾਰੀ ਮੇਜਰ ਇਕਨੋਮੀਜ਼ ਵਿੱਚ ਸਭ ਤੋਂ ਜ਼ਿਆਦਾ ਗਰੋਥ ਹਾਲੇ ਵੀ ਯੂਐਸ ਦੀ ਹੈਗੀ ਹੈ ਰਾਈਟ ਚਾਈਨਾ ਇਜ਼ ਅ ਨਿਊ ਸਟੋਰੀ ਇਟਸ ਅ ਗਰੋਇੰਗ ਅਪ ਸਟੋਰੀ ਅਸੀਂ ਏਸ਼ੀਆ ਵਿੱਚ ਵੀ ਕਾਫੀ ਪ੍ਰੋਗਰੈਸ ਦੇਖ ਰਹੇ ਹਾਂ ਅਪ ਐਂਡ ਡਾਊਨ ਹੁੰਦੇ ਰਹਿੰਦੇ ਨੇ ਸੋ ਇਜ਼ ਯੂਰਪ ਅ ਸਟੋਰੀ ਆਫ ਯੈਸਟਰਡੇ ਕਿ ਹਾਲੇ ਵੀ ਜਿਸ ਤਰ੍ਹਾਂ ਅਫਰੀਕਾ ਵਿੱਚ ਅਸੀਂ ਦੇਖਦੇ ਹਾਂ ਕਿ ਚਾਈਨਾ ਆਪਣਾ ਇਨਫਲੂਐਂਸ ਜਿਹੜਾ ਹੈ ਉਹ ਐਗਜ਼ਰਟ ਕਰ ਰਿਹਾ ਯੂਐਸ ਦੇ ਇਨਫਲੂਐਂਸਸ ਜਿਹੜੇ ਹੈਗੇ ਉਹ ਕਾਫੀ ਜਗ੍ਹਾ ਤੇ ਹੈਗੇ ਹਾਲੇ ਵੀ ਚੱਲਦੇ ਨੇ ਦੇ ਆਰ ਇਨਵੋਲਵਡ ਐਵਰੀਵੇਅਰ ਚਾਈਨਾ ਇਜ਼ ਅ ਕੰਪੀਟੀਟਰ ਇਜ਼ ਯੂਰਪ ਸਟਿਲ ਅ ਕੰਪੀਟੀਟਰ is there a chance that they're going to come and lead again or are they a story from yesterday? It's like if you look at the earth as a household, Gee. Europe has been in existence for the longest period of time. And has, I think so, kept the power within itself for the longest period of time again. They were big colonial powers. They carried the resources back. And jade resources lake gaye wapas. Those are the industries that are thriving. Gee. And they're enjoying the benefits of what they had already established in all sectors. Probably they've lost the edge in textiles. They've lost the edge in automobiles. Japan took it. US took it, all of the and one of the koi mashhoor car nahi hai except Mercedes and BMW ऐसे. And slowly people have come in and edged off what they were good at. Is it a story of the past? I doubt it because most of the weapons that are sold in the world come from Europe. So that means they are still very good in technology. Airplane ਵੇਚਦੇ ਨੇ, tank ਵੇਚਦੇ ਨੇ, ਬੰਦੂਕਾਂ ਵੇਚਦੇ ਨੇ, ਅਸਲਾ ਵੇਚਦੇ ਨੇ. India bought Rafale from France. Gee. And which India thinks they can make it, I don't know in how many years though. So they have a cutting edge in cutting edge technology, definitely. So ਉਹਨੂੰ 100 ਮੁਲਕ ਹਾਲੇ ਪਿੱਛੇ ਹੀ ਨੇ ਉਹਨਾਂ ਤੋਂ. So they definitely are still in lead rather than being a story of the past. They definitely have sent the industries which are more into pollution. They're distributed out to the world. But clean technologies, which they're very in the forefront. You always hear the Netherlands always focused on clean technologies. Denmark, they still are the leading designer and manufacturer of fertilizer plants in the world. Scandinavia, they're still leading in managing how to produce oil without creating much of an environmental hazard. Mandeep ji, और ਇਹ ਸਾਰੀ ਜਿਹੜੀ ਉਹਨਾਂ ਦੀ ਇੰਡਸਟਰੀਅਲ ਲੀਡਰਸ਼ਿਪ ਹੈ ਇਹ ਜੀਓਪੋਲਿਟਿਕਸ ਵਿੱਚ ਕਿਸ ਤਰ੍ਹਾਂ ਪਲੇ ਕਰਦੀ ਹੈ ਇਸ ਬਾਰੇ ਥੋੜੀ ਜਿਹੀ ਹੋਰ ਗੱਲ ਕਰਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ ਦ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਮਨਦੀਪ ਜੀ ਜਿਹੜੀ ਅਸੀਂ ਇਹ ਸਾਰੀ ਟੈਕਨੋਲੋਜੀ ਦੀ ਇਕਨੋਮੀ ਦੀ ਗੱਲ ਕਰਦੇ ਪਏ ਹਾਂ ਯੂਰਪ ਯੂਨੀਅਨ ਟੁਗੇਦਰ ਇਜ਼ ਸਟਿਲ ਅ ਮੇਜਰ ਇਕਨੋਮੀ ਇਨ ਦ ਵਰਲਡ ਬਟ internationally politically ਆਪਾਂ ਵੇਖਿਆ they're more like a sidekick for the US ਜੋ US ਕਰਦੀ ਹੈ ਉਸ ਨੂੰ ਉਹ ਸਪੋਰਟ ਕਰਦੇ ਨੇ although ਜਿਹੜਾ ਇਰਾਨ ਦੀ ਨਿਊਕਲੀਅਰ ਡੀਲ ਸੀ ਉਸਦੇ ਚ ਅਸੀਂ ਯੂਰਪ ਦੀ ਲੀਡਰਸ਼ਿਪ ਦੇਖੀ and at some stage US joined them so they're still important part they play in the world but ਇਹ ਜਿਹੜਾ new emerging world order ਹੈ with agar asi bipolar kiye with US and China being the two major powers to see what do you predict and what do you assess is Europe still capable of playing a major role in creating a new world order? ਇੱਕ ਪਹਿਲਾਂ ਨਾ ਟਰਮ ਆਈ ਸੀ ਸਾਡੇ ਸਬਜੈਕਟ ਵਿੱਚ ਉਹਨੂੰ ਕਹਿੰਦਾ ਸੀ ਨਿਊ ਵਰਲਡ ਆਰਡਰ ਜੀ ਉਹ ਸਾਰੇ ਕਹਿੰਦੇ ਸੀ ਕਿ ਹੁਣ ਦੁਨੀਆ ਆਰਡਰਲੀ ਫੈਸ਼ਨ ਨਾਲ ਚੱਲੇਗੀ ਅਮਰੀਕਾ ਇਜ਼ ਦ ਲੀਡਰ ਐਂਡ ਰਸ਼ੀਆ ਨਾਲ ਉਹ ਦ ਕੰਪੀਟੀਸ਼ਨ ਐਂਡ ਐਵਰੀਥਿੰਗ
हम्म, ਉਹ ਵੇਖਦੇ ਵੇਖਦੇ ਰਸ਼ੀਆ ਹੀ ਸਾਰਾ ਟੁੱਟ ਗਿਆ। जी ਫਿਰ ਨਈ ਟਰਮ ਆਈ, ਉਹਨੂੰ ਕਹਿੰਦੇ ਸੀ ਨਿਊ ਵਰਲਡ ਡਿਸਆਰਡਰ। जी ਉਹ ਡਿਸਆਰਡਰ ਵਿੱਚ ਜਦੋਂ ਵਰਡ ਰੱਖਿਆ ਗਿਆ ਤਾਂ ਵਰਲਡ ਵਿੱਚ ਡਿਸਆਰਡਰ ਘੱਟ ਹੋ ਗਿਆ ਸੀ। अच्छा जी Everything very very smoothly. हम्म Smoothly, when I say smoothly, is there were not many conflicts happening in the world. जी ਹੁਣ ਵੇਖੋ, the big powers are in conflict हम्म over cyber security, हम्म over space challenges, जी over trade, which we thought was already talked about, established and done. जी World Trade Organization ਦੀ treaty ਹੋ ਗਈ ਸੀ, all treaties were set कि वो दुनिया ट्रेड इंज ही करेगी। हम्म पिछले 3 साल सारे ट्रेड एग्रीमेंट ही फेल हो गए, हम्म which was not expected after the 1980s and 90s. जी And that's something generations have to realize कि when the trade agreements fail in today's world, ਪਹਿਲਾਂ ਅਸੀਂ ਕਮੀਜ਼ ਪਾਣੀ ਸੀ, ਇੱਕੋ ਮੁਲਕ ਵਿੱਚ ਬੰਦੇ ਸੀ, ਬਟਨ ਵੀ ਲੱਗ ਜਾਂਦੇ ਸੀ, ਧਾਗਾ ਵੀ ਲੱਗ ਜਾਂਦਾ ਸੀ, ਤੇ ਕਿਸੇ ਨੂੰ ਫਰਕ ਨਹੀਂ ਪੈਂਦਾ ਸੀ। जी ਅੱਜ ਇੱਕੋ ਹੀ ਕਮੀਜ਼, कपड़ा किथे बन रहा है, बटन किथों आ रहे हैं, धागा किथों आ रहा है, स्टिचिंग किथे हो रही है, ब्रांड किथों आ रहा है। कोई कमीज बंदे बंदे एक मुल्क च आंदे आंदे 4 मुल्क इन्वॉल्व हो जाते हैं। जी हुण अगर वो सारा कुछ पता नहीं कि बटन कितने बजे आने ने, कमीज कितने बजे बननी है, कटेगा कौन, दैट्स वेयर वी आर अगेन टुडे। जी हुण जिन्नी सियाणप सी सारी पीछे रह गई है। जी And so the disorder, I think so, didn't even start as of yet. क्योंकि चाइना ने सारा कुछ संभाला है, इवन मैन्युफैक्चरिंग लाइक जी उत्थे भी you see a backlog of at least 3 to 4 weeks जी कि ਉੱਥੋਂ ਕੋਈ ਚੀਜ਼ ਆਂਦੀ ਹੈ ਤਾਂ ਸ਼ਿਪ ਖੜਾ ਰਹਿੰਦਾ ਹੈ ਲਾਸ ਐਂਜਲਸ ਦੇ ਬਾਹਰ। ਕੋਈ ਨੇ ਸ਼ਿਪ ਖੜੇ ਹੋ ਗਏ ਨੇ, ਤੁਸੀਂ ਸੁਣਿਆ ਹੋਣਾ 3 ਦਿਨ ਪਹਿਲਾਂ ਆਇਲ ਲੀਕ ਹੋ ਗਿਆ ਪਾਣੀ 'ਚ। ਉਹਨੇ ਐਂਕਰ, ਇੰਨੇ ਸ਼ਿਪ ਹੋ ਗਏ ਸੀ ਸਾਰੇ, ਇੱਥੇ ਉੱਥੇ ਐਂਕਰ ਸੁੱਟਣਾ ਸ਼ੁਰੂ ਕਰਤੇ, ਉਹ ਪਾਈਪਲਾਈਨ ਦੇ ਉੱਤੇ ਡਿੱਗ ਗਿਆ, ਹੁਣ ਉੱਥੇ ਤੇਲ ਲੀਕ ਹੋ ਗਿਆ। These type of things we are getting to see, which were unexpected 20-30 years back. जी So it's the world has really gone back a few years or a few decades, and how they're going to realign again जी with all the industries which are all over the place, कि सप्लाई किस तरह करनी है, पोर्ट तक किस तरह पहुंचाना है, आगे किस तरह पहुंचाना है, and that's why the prices and everything you seem to, everybody talks about inflation today, वो पूरी दुनिया ही होया पे है। जी जी महंगाई बढ़ती जा रही है, not because of ये चीजें महंगी हो रही हैं, जी it's because it's more of a disorganization दुनिया बहुत ज्यादा हो गई है। ਸਪਲਾਈ ਚੇਨਸ ਦੇ ਉੱਪਰ ਬੜੀ ਜ਼ਿਆਦਾ ਡਿਪੈਂਡੈਂਸ ਹੈਗੀ ਹੈ। ਐਂਡ ਮਨਦੀਪ ਜੀ, ਮੈਂ ਤੁਹਾਨੂੰ ਇਹ ਪੁੱਛਾਂਗਾ ਕਿ ਇਹ ਇਸ ਡਿਸਆਰਡਰ ਵਿੱਚ, ਇਸ ਪ੍ਰੈਜ਼ੈਂਟ ਸਿਚੁਏਸ਼ਨ ਵਿੱਚ ਜਿਹੜਾ ਆਪਾਂ ਰਾਈਜ਼ ਵੇਖਦੇ ਆ, populist leaders like Trump, like in Europe, like in Hungary, do you see that to be a lasting phenomenon? Do you think कि ਉਹ ਕੁਛ it will take us a few years back, ਜਿੱਥੇ ਅਸੀਂ ਵਰਲਡ ਵਾਰ ਤੋਂ ਨਿਕਲ ਕੇ ਆਏ ਸਾਂ, ਤੁਹਾਨੂੰ ਲੱਗਦਾ ਹੈ ਕਿ ਉਸ ਪਾਸੇ ਆਪਾਂ ਦੁਬਾਰਾ ਜਾ ਸਕਦੇ ਹਾਂ? See, it's a very political twist जी when we say these kind of things. And to win an election, people say a lot of things. जी And religion, race, ethnicity are the most common dividing factors in the world. In any country you look at, they will pick up either the race card or the religion card or the ethnicity card or the language card, whatever it may be. It's a very good winning strategy for an election. And wherever you may play that, Brexit भी ऐसे इसलिए है ना, migration was the biggest factor. जी England के अंदर मैं यार I cannot take more migrants. So do you think it's a reaction from the people, or is it some political play out? Somebody has to start it. जी What they see, the voters vote for what they see, and if you give them an agenda, they have to
or they will follow, and the populace will always take the lead. We always saw the conflict between England and Ireland going on for ages. जी We जी saw conflict between France and England, Protestants and Catholics going on. We have seen the Middle East, Shia Sunni conflicts go on. They could be from one religion, but the Iran-Iraq conflict was nothing to do with the religion. It had to do completely with ethnicity. जी If you look at Afghanistan today, same story, the tribal conflicts. So to create a conflict is the easiest piece to control a region. In Africa, millions जी died, and they didn't जी even have weapons. जी 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 So these issues can easily be created. Are they sensible, non-sensible? Are they politically beneficial? Are they not beneficial? But they definitely get you to win an election. Mandeep ji, we are running out of time. You know, it's always so enlightening to talk to you. ਅਸੀਂ you know a free wheeling ਜੇ ਤੁਹਾਡੇ ਨਾਲ episodes ਕਰਦੇ ਹਾਂ ਜਿਹਦੇ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਂਦੇ ਹਾਂ you know on a wide array of issues. ਅੱਜ ਤੁਸੀਂ ਸਾਨੂੰ ਯੂਰਪ ਦੇ ਬਾਰੇ emerging world order ਦੇ ਬਾਰੇ ਦੱਸਿਆ. Thank you so much. I you know thank you on behalf of the whole community and I hope ਕਿ ਤੁਸੀਂ ਏਦਾਂ ਹੀ ਸਾਡੇ you know studios ਨਾਲ ਜੁੜਦੇ ਰਹੋਗੇ ਔਰ ਸਾਨੂੰ ਜਿਹੜੇ growing issues ਹੈਗੇ ਜਿਹੜੇ emerging issues ਹੈਗੇ ਜਿਹੜੇ existing issues ਹੈਗੇ world ਵਿੱਚ with a historical perspective ਉਹਨਾਂ ਬਾਰੇ ਜਾਣੂ ਕਰਾਉਂਦੇ ਰਹੋਗੇ ਅੱਜ ਸਾਡੇ ਨਾਲ ਗੱਲ ਕਰਨ ਦਾ ਬਹੁਤ ਬਹੁਤ ਸ਼ੁਕਰੀਆ Thank you sir. ਇਹ ਸਨ ਸਰਦਾਰ ਮਨਦੀਪ ਸਿੰਘ ਮਲਹੋਤਰਾ ਜੀ ਜੋ ਕਿ ਇੰਟਰਨੈਸ਼ਨਲ ਅਫੇਅਰਸ ਦੇ ਇੱਕ ਐਕਸਪਰਟ ਹੈਗੇ ਅੱਜ ਇਹਨਾਂ ਨੇ ਸਾਨੂੰ ਯੂਰਪ ਦੇ ਬਾਰੇ ਥੋੜਾ ਦੱਸਿਆ ਔਰ ਜਿਹੜੀ ਪੋਲਿਟੀਕਲ ਯੂ نو ਸਿਚੁਏਸ਼ਨ ਇਮਰਜ ਹੋ ਰਹੀ ਹੈ ਦੁਨੀਆ ਵਿੱਚ ਉਸ ਦੇ ਨਾਲ ਥੋੜਾ ਜਾਣੂ ਕਰਾਇਆ ਸਾਡੇ ਲਈ ਇਸ ਸਾਰੀ ਚੀਜ਼ ਦੇ ਉੱਪਰ ਟੈਪ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਐਜ਼ ਵੀ ਸੈਡ ਇਨ ਦ ਬਿਗਨਿੰਗ the world is at an inflection point right now ਸਾਰੀ ਦੁਨੀਆ ਵਿੱਚ ਬਹੁਤ ਸਾਰੀ ਚੇਂਜਸ ਆ ਰਹੀਆਂ ਉਨ ਚੇਂਜਸ ਨੂੰ ਸਮਝਣਾ ਉਹਨਾਂ ਦੇ ਨਾਲ ਚੱਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਅੱਜ ਦਾ ਸ਼ੋਅ ਵੇਖਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਫਿਰ ਮਿਲਦੇ ਹਾਂ ਅਗਲੇ ਹਫਤੇ ਦ ਵੇ ਫਾਰਵਰਡ ਵਿੱਚ ਸਤਿ ਸ਼੍ਰੀ ਅਕਾਲ